एक्चुअली 8 साल हो गया मेरा हस्बैंड नाल का सी काफ़ी मतलब मैं फ्रस्ट्रेशन से कटती आ रही है तो कुछ पहला कुटमार मतलब एक परसों भी शो सीगा उदों भी मैंने कुटिया तो इधर मैंने कुटदा फ्लोर लेके गया तो उस तो बाद मैंने उतों ने मैं क्या मैं घर जाना जलंधर फिर उस तो बाद असी चलो इदा ही उतों करके प्रोग्राम तो बाद मैं क्या मैंने थकावट हुई मैं घर जाना तो असी मैं घर चले गई मतलब 8 साल से ही कुछ चलता आ रहा मतलब काफ़ी कुछ हमने अब नशा पता बड़ा बर्दाश्त किया मैं ये चीज़ सिर्फ थोड़े स्रोतियाँ करके कि चलो मेरा काम आ कि साड़ी गायकी तो पता है ना रब का नाम आ तो थोड़े सारे नाम तो ये चीज़ा करके मैं सब कुछ बर्दाश्त कर दिया कि चलो कोई ना ठीक हो जाएगा सब कुछ बट वो नहीं ठीक होया मतलब 2-3 दिन घर नहीं बढ़ना बड़ी फ्रस्ट्रेशन से मैं लाइफ मतलब बिल्कुल यकीन नहीं सी मैनू कहते हुए ना कि जो मत वजी बंदे की नहीं पता लगता तो कोई शोर का भी हिसाब नहीं कोई पैसे देने का कोई हिसाब नहीं मेरी कोई बैंक के भी चेक करवाया कोई इतना पैसा नहीं चेक कल परसों चेक करवाया तो सारा 92,000 दिया मेरी बैंक अकाउंट में मतलब भांग की ड्रीम की पता नहीं कि वो खा रहा कि नहीं तो मैरिज तो पहले पता सी तो नहीं मैंने इतना पता सी कि स्मोकिंग करता है इतना नहीं सी पता कि ये चीज़ हो चेन स्मोकर था नहीं हाँ जी कि तलाक का केस करता हाँ जी मैं डिवोर्स केस करता चलो ना सामने कल फाइल की कल फाइल हो गया कि जेडे हम शो बुक किते होता बाद ਉਹਨਾਂ ਦੀ ਕਿਸ ਤਰ੍ਹਾਂ नहीं शो करांगे ये है कि जेडे मतलब उन्हें शो बुक किए हैं या बड़े उन्होंने शोवां दे पैसे ले हैं बाबा जी चंडीगढ़ का साडा सब कुछ ठीक था ਲਵੇ ਚਾਰ ਆਦੀ चाप लिखा है ਕਰਾਲੀ ਵੀ ਚੱਲਦਾ मैडम जिद्दां तुसीं दस्सिਆ ਕੋਈ कोई ਸ਼ੋ ਬੁੱਕ ਜਿਹੜੇ ਕੀਤੇ ਹੋਏ ਨੇ ਉਹਨਾਂ ਵੱਲੋਂ ਕੀਤੇ ਹੋਏ ਨੇ ਤੁਹਾਨੂੰ ਪਤਾ ਸਾਰੇ ਉਹਨਾਂ ਪੈਸੇ ਲੈ ਆਉਣ नहीं ਇਹਦਾ ਕਿੱਦਾਂ ਪਤਾ ਚੱਲੂ ਲੋਕਾਂ ਨੂੰ ਤੁਹਾਨੂੰ ਕਿੱਦਾਂ ਪਤਾ ਚੱਲੂ ਇਹਦਾ ਐਕਚੁਅਲੀ ਅਸੀਂ ਉਸੇ ਕਰਕੇ ਜ਼ਿਆਦਾ ਇਕੱਠੇ ਹੋਏ ਆ ਕਿ ਵੀ ਜੇ ਕੋਈ ਸ਼ੋਅ ਕਿਸੇ ਨੇ ਬੁੱਕ ਕਰਾਇਆ ਤਾਂ ਉਹ ਮੈਡਮ ਨਾਲ ਸੰਪਰਕ ਕਰੇ ਮੈਡਮ ਦੀ ਹੁਣ ਮੈਨੇਜਮੈਂਟ ਟੀਮ ਹੈ ਉਹਨਾਂ ਨਾਲ ਸੰਪਰਕ ਕਰੇ ਕਿਉਂਕਿ ਜਿਹੜੇ ਅਗਲੇ ਵੀ ਸ਼ੋਅ ਕਿਸੇ ਨੇ ਬੁੱਕ ਕਰਾਉਣੇ ਆ ਕਿਉਂਕਿ ਮੈਡਮ ਦਾ ਬਹੁਤ ਨਾਮ ਹੈਗਾ ਜੀ ਕੰਟੀਨਿਊਸਲੀ ਸ਼ੋਅ ਚੱਲਦੇ ਆ ਉਹ ਕਾਈਂਡਲੀ ਜਿਹੜਾ ਵੀ ਆ ਇਹ ਜਿਹੜਾ ਵੀ ਨੰਬਰ ਹੁਣ ਮੀਡੀਆ ਦੇ ਜਨਤਕ ਕਰਨਗੇ ਉੱਤੇ ਉਹਨਾਂ ਨਾਲ ਸੰਪਰਕ ਕਰੇ ਇਹਨਾਂ ਦੇ ਆਫਿਸ ਮਿਲਣ ਉਹ ਉਹਨਾਂ ਨਾਲ ਕੋਈ ਸੰਪਰਕ ਨਹੀਂ ਹੈਗਾ ਜੀ ਬਾਕੀ ਮੈਡਮ ਦੱਸ ਦੇਣਗੇ मैडम जिद्दां तुसीं दस्सिਆ मेरे नाल कुटमार करदा रहा कोई MLR कटाई तुसीं ਕਿਦਾਂ ਕੁੱਟਮਾਰ ਉਹਦੀ ਕੰਪਲੇਂਟ ਵਗੈਰਾ ਕੀਤੀ कंप्लेन कीती नहीं तुसीं भाजी कभी नहीं कंप्लेंट की ਅਸੀਂ ਰੱਬ ਨੂੰ ਮੰਨਦੇ ਹਾਂ ਅਸੀਂ ਕਦੀ ਇਹ ਚੀਜ਼ ਸੋਚੀ ਨਹੀਂ ਜਿੱਦਾਂ ਤੁਸੀਂ ਹੁਣੇ ਕਿਹਾ ਕਿ ਮੈਨੂੰ ਕੁੱਟਦਾ ਮਾਰਦਾ ਦੂਜੀ ਜਗ੍ਹਾ ਤੇ ਲੈ ਗਏ ਜਿਹੜੀ ਜਗ੍ਹਾ ਦਾ ਤੁਸੀਂ ਨਾਮ ਲਿਆ ਉੱਥੇ ਤੁਸੀਂ ਕੋਈ ਰੌਲਾ ਰੂਲਾ ਪਾਇਆ ਜਾਂ ਉੱਥੇ ਕੰਪਲੇਂਟ ਦਿੱਤੀ ਪੁਲਿਸ ਨਹੀਂ ਨੂੰ ਭਾਜੀ ਫਗਵਾੜੇ ਸਾਡਾ ਸ਼ੋਅ ਸੀਗਾ ਤੇ ਮੈਂ ਸ਼ੋਅ ਤੋਂ ਬਾਹਰ ਆਈ ਹਾਂ ਹਾਂਜੀ ਤੇ ਰਾਤ ਦਾ ਟਾਈਮ ਸੀਗਾ ਉਹਨੇ ਨਾ ਮੈਂ ਕਿਹਾ ਸਾਡੀਆਂ ਦੋ ਕਾਰਾਂ ਸੀਗੀਆਂ ਫੋਰਚੂਨਰ ਤੇ ਐਕਸਯੂਵੀ ਤੇ ਮੈਂ ਕਿਹਾ ਵੀ ਮੈਂ ਐਕਸਯੂਵੀ 'ਚ ਜਾਣਾ ਉੱਥੇ ਮੇਰਾ ਖਿੱਚ ਤੋਂ ਕਰਨ ਲੱਗ ਪਿਆ ਤੇ ਪਤਾ ਨਹੀਂ ਹੱਥ ਦੇ ਵਿੱਚ ਕੀ ਮਾਰ ਫੜਿਆ ਸੀ ਕੀ ਨਹੀਂ ਮੇਰੇ ਸਿਰ 'ਚ ਮਾਰਿਆ ਮੇਰੇ ਹਜੇ ਵੀ ਸਿਰ 'ਚ ਪੇਨ ਹੁੰਦੀ ਹੈ ਤੇ ਮੈਂ ਉਸ ਤੋਂ ਬਾਅਦ ਇਹ ਮੈਨੂੰ ਬੜੇ ਧੱਕੇ ਨਾਲ ਫਲੋਰ ਲੈ ਕੇ ਗਿਆ ਮੇਰੇ ਸਹੁਰਿਆਂ ਦੇ ਕਿ ਨਹੀਂ ਤੂੰ ਅੱਜ ਘਰ ਚੱਲ ਮੈਂ ਕਿਹਾ ਮੈਂ ਨਹੀਂ ਜਾਣਾ ਮੈਂ ਜਲੰਧਰ ਜਾਣਾ ਮੈਂ ਥਕਾਵਟ ਹੋਈ ਹੈ ਮੈਂ ਕੀ ਕਰਾਂ ਅਸੇ ਦੀ ਗੱਲ ਤੋਂ ਬਾਅਦ ਉਸ ਤੋਂ ਬਾਅਦ ਚਲੋ ਸ਼ਾਂਤੀ ਹੋਈ ਮੈਂ ਘਰ ਆ ਗਈ ਉਹ ਆਪਣਾ ਚਲਾ ਗਿਆ ਮੈਂ ਕਿਹਾ ਹੁਣ ਮੈਂ ਜਿੱਦਾਂ ਤੁਸੀਂ ਦੱਸਿਆ ਫਗਵਾੜੇ ਤੁਹਾਡਾ ਸ਼ੋਅ ਸ਼ੋਰਟੀ ਵੀ ਮਿਲੀ ਹੋਈ ਹੈ ਗਨਮੈਨ ਵੀ ਤੁਹਾਡੇ ਨਾਲ ਹੁੰਦੇ ਨੇ ਕਿ ਉਸ ਟਾਈਮ ਜਦੋਂ ਪ੍ਰੋਗਰਾਮ ਤੋਂ ਬਾਹਰ ਨਿਕਲੇ ਕਿ ਉਦੋਂ ਗਨਮੈਨ ਨਹੀਂ ਸੀ ਤੁਹਾਡਾ ਪ੍ਰਾਈਵੇਟ ਸਿਕਿਉਰਿਟੀ ਨਹੀਂ ਸਰ ਸਰਕਾਰੀ ਵੀ ਹੈ ਨਾ ਮੈਂ ਲੋਕ ਨਹੀਂ ਉਹ ਮਤਲਬ ਸਾਰੀ ਆਡੀਅנס ਸੀਗੀ ਉਦੋਂ ਵੀ ਤੇ ਉਹਨਾਂ ਨੇ ਸਭ ਨੇ ਦੇਖਿਆ ਕਿ ਮਤਲਬ ਬੜਾ ਖਿੱਚਕੂ ਕੀਤੀ ਇਹਨੇ ਤੁਸੀਂ ਲਿਖਿਆ ਫਗਵਾੜੇ 2014 ਮੈਡਮ 2014 ਦੇ ਵਿੱਚ ਵਿਆਹ ਹੋਇਆ ਸੀਗਾ ਉਸ ਤੋਂ ਬਾਅਦ ਤੁਹਾਡੇ ਨਾਲ ਕੁੱਟਮਾਰ ਦਾ ਸਿਲਸਿਲਾ ਕਦੋਂ ਸ਼ੁਰੂ ਹੋਇਆ ਸੀ ਸਾਲ ਤੋਂ ਬਾਅਦ ਹੀ ਹੋਇਆ ਇਹ ਸਾਰਾ ਕੁਝ ਤੇ ਉਦੋਂ ਤੁਸੀਂ ਕੋਈ ਕੰਪਲੇਂਟ ਨਹੀਂ ਕੀਤੀ ਨਹੀਂ ਮੈਂ ਭਾਜੀ ਮੈਂ ਤੁਹਾਨੂੰ ਸਹੀ ਦੱਸੀ ਮੈਂ ਅੱਜ ਤੱਕ ਕਦੀ ਆਪਣੇ ਆਪ ਨੂੰ ਆਰਟਿਸਟ ਹੀ ਨਹੀਂ ਸਮਝਿਆ ਤੁਹਾਨੂੰ ਪਤਾ ਸਾਨੂੰ 2015 ਤੋਂ ਬਾਅਦ ਤੁਹਾਡੇ ਨਾਲ ਤੇ ਲਗਾਤਾਰ ਮੈਂ ਇਹ ਚੀਜ਼ ਸੋਚੀ ਮੈਂ ਕਿਹਾ ਚਲੋ ਕੋਈ ਨਾ ਕੀ ਪਤਾ ਕੋਈ ਗਲਤੀ ਹੋ ਗਈ ਸਾਡੀ ਜਿਹੜੇ ਸਾਨੂੰ ਮਾਰੀ ਜਾਂਦਾ ਪਰ ਇਹ ਨਹੀਂ ਸੀ ਪਤਾ ਨਸ਼ੇ ਦੀ ਹਾਲਤ ਚ ਆਪਣਾ ਉਹਨੂੰ ਕੁਝ ਦਿਸਦਾ ਨਹੀਂ ਹੁਣ ਵਾਈਫ ਪੁੱਛਦੀ ਆ ਤੁਹਾਡੀਆਂ ਵੀ ਰੋਟੀਆਂ ਆ ਸਭ ਪੁੱਛਦੇ ਹੀ ਆ ਵੀ ਭਾਈ ਦੱਸ ਕਿੱਥੇ ਗਿਆ 2 ਦਿਨ ਹੋ ਗਏ ਤੂੰ ਘਰ ਨਹੀਂ ਆਇਆ ਤੇ ਜਦੋਂ ਆਪਾਂ ਦੱਸਣਾ ਹੀ ਨਹੀਂ ਤੇ ਵਾਈਫ ਤਾਂ ਗਲਪੂਗੀ ਜਦੋਂ ਤੁਹਾਡਾ ਸ਼ੋਅ ਸੀ ਫਗਵਾੜੇ ਤੁਹਾਡੀ ਸਿਸਟਰ ਨਾਲ ਸੀ ਹਾਂਜੀ ਸਿਸਟਰ ਉਹਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਨਹੀਂ ਉਹ ਚਲੇ ਗਏ ਸੀ ਮੇਰੇ ਤੁਹਾਡੇ ਕਹਿਣ ਦੇ ਮੁਤਾਬਿਕ ਪਿਛਲੇ 7 ਸਾਲਾਂ ਤੋਂ ਤੁਹਾਡੇ ਨਾਲ ਕੁੱਟਮਾਰ ਕਦੇ ਆਪਣੇ ਰਾਗ ਵਾਲੇ ਜਾਂ ਕਿਸੇ ਨੂੰ ਜਾਂ ਕਿਸੇ ਤੁਸੀਂ ਇਹਦੇ ਵਿੱਚ ਇਸ ਪਰਿਵਾਰ ਤੁਹਾਡੇ ਨਾਲ ਸਹਿਮਤ ਨਹੀਂ ਮਾਪੇ ਦੇ ਸਹਿਮਤ ਨਹੀਂ ਵਿਆਹ ਤੋਂ ਹੁਣ ਪਰਿਵਾਰ ਚ ਛੋੜ ਕੇ ਹੁਣ ਲਵ ਮੈਰਿਜ ਸੀ
ਹਾਂਜੀ ਹੁਣ ਸਪੋਰਟ ਦੇ ਪਰਿਵਾਰ ਤੁਹਾਡੇ ਹਾਂਜੀ ਮੈਂ ਅਗਰ ਕੋਈ ਪਰਿਵਾਰ ਦਾ ਮੈਂਬਰ ਨਾਮ ਨਹੀਂ ਦਿਖ ਰਿਹਾ ਤੁਹਾਡਾ, ਜੇ ਪਰਿਵਾਰਿਕ ਮੈਂਬਰ ਤੁਹਾਡੇ ਨਾਲ ਸਪੋਰਟ ਕਰ ਰਹੇ ਨੇ ਫਾਦਰ ਸਾਹਿਬ ਹਮੇਸ਼ਾ ਹਰ ਫੰਕਸ਼ਨ ਤੇ ਤੁਹਾਡੇ ਨਾਲ ਹੁੰਦੇ ਆ। ਭਾਜੀ ਕੁਛ ਨਾ ਇਹ ਹੈ ਕਿ ਦਰਬਾਰ ਹੈ, ਕੁਛ ਸਾਡਾ ਘਰ ਦੇ ਸਿਸਟਮ ਇੱਦਾਂ ਦਾ ਆ, ਮਤਲਬ ਕੁਛ ਚੀਜ਼ਾਂ ਜ਼ਿੰਮੇਵਾਰੀਆਂ ਹੁੰਦੀਆਂ ਫਿਰ ਪਾਪਾ ਨੇ ਕਿਹਾ ਕਿ ਚਲੋ ਹੁਣ ਤੁਸੀਂ ਕਰੋ ਕੁਛ। ਪਾਪਾ ਨੇ ਛੋਟੀ ਨੂੰ ਕਰਨਾ ਸੀਗਾ, ਕਹਿੰਦੇ ਚਲੋ ਮੈਂ ਇਹਨੂੰ ਤਿਆਰ ਕਰਦਾ। ਨਹੀਂ ਨਹੀਂ ਕੱਲ ਤੁਸੀਂ ਐਸਐਸਪੀ ਸਾਹਿਬ ਨੂੰ ਮਿਲ ਕੇ ਆਏ ਹੋ, ਕੀ ਸ਼ਿਕਾਇਤ ਦਿੱਤੀ ਹੈ ਕਿ ਉਹਨਾਂ ਨੇ ਕੀ ਭਰੋਸਾ ਦਿਵਾਇਆ ਤੁਹਾਨੂੰ? ਨਹੀਂ ਉਹਨਾਂ ਨੇ ਤੁਹਾਨੂੰ ਕੋਈ ਵਿਸ਼ਵਾਸਨ ਦਿੱਤਾ ਹੀ ਹੋਏਗਾ। ਹਾਂਜੀ ਹਾਂਜੀ ਐਸਐਸਪੀ ਸਾਹਿਬ ਦੇ ਅਸੀਂ ਕੰਪਲੇਂਟ ਮੂਵ ਕਰ ਦਿੱਤੀ ਹੈ ਜੀ, ਉਹ ਮਾਰਕ ਕਰ ਦਿੱਤੀ ਉਹਨੇ ਡੀਐਸਪੀ ਵੂਮਨ ਹਾਂਜੀ ਡੀਐਸਪੀ ਵੂਮਨ ਸਰ ਉੱਥੇ ਮਾਰਕ ਹੋਈ ਹੈ ਜਿੱਦਾਂ ਤਲਾਕ ਤੱਕ ਕੇਸ ਦਾਇਰ ਹੋ ਗਿਆ ਜੀ ਜੀ ਤੇ ਉਹ ਕਿੱਥੇ ਰਹਿ ਰਿਹਾ ਨਾਲ ਪਾਸੇ ਦੀ ਰਹਿ ਰਿਹਾ ਕੁਨਾਲ ਪਾਸੀ ਜਿਹੜੀ ਉਹਨੇ ਕਿਰਾਏ ਤੇ ਕੋਠੀ ਰਹੀ ਹੈ, ਕਹਿੰਦੇ ਉੱਥੇ ਰਹਿ ਰਿਹਾ। ਹਾਂਜੀ ਲਾਹੌਰ ਦੇ ਵਿੱਚ ਹੀ ਹੈ ਕਿ ਨਹੀਂ ਜੀ ਜਲੰਧਰ ਜਲੰਧਰ ਵਿੱਚ। ਬੈਂਕ ਅਕਾਊਂਟ ਤੁਹਾਡੇ ਦੋਨਾਂ ਦੇ ਇਕੱਠੇ ਹੈ? ਬੈਂਕ ਅਕਾਊਂਟ ਜਿੱਦਾਂ ਤੁਸੀਂ ਕਹਿੰਦੇ ਮੇਰੇ ਅਕਾਊਂਟ ਦੇ ਵਿੱਚੋਂ ਪੈਸੇ ਨਿਕਲਦੇ, ਦੋਨੋਂ ਇਕੱਠੇ ਹੈ? ਸਾਈਨ ਜੁਆਇਨ ਹੈ? ਜੁਆਇਨ ਨਾਲ ਤੁਹਾਡਾ ਹਾਂ ਇੱਕ ਜੁਆਇੰਟ ਹੈ, ਇੱਕ ਮੇਰਾ ਕਰਨਾ ਹੈ। ਜਿੱਥੋਂ ਪੈਸੇ ਕੱਢੋ ਜੁਆਇੰਟ ਅਕਾਊਂਟ ਸੀ ਨਹੀਂ ਉਹ ਮੇਰਾ ਸਿੰਗਲ ਅਕਾਊਂਟ ਸੀ। ਤੇ ਮੈਡਮ ਉਹ 'ਚ ਪੈਸੇ ਉਹ 'ਚੋਂ ਪੈਸੇ ਕਿੱਦਾਂ ਨਿਕਲ ਗਏ? ਲੋਕਾਂ ਨੂੰ ਦੱਸਣਾ ਚਾਹੀਦਾ ਸਾਰਾ ਕੁਝ ਤੁਸੀਂ ਸਾਈਨ ਕਰੋਗੇ ਤਾਂ ਬਸ ਇਹ ਹੈ ਕਿ ਸਾਡਾ ਮੇਨ ਮੁੱਦਾ ਇਹ ਹੈ ਕਿ ਇਸ ਬੰਦੇ ਨਾਲ ਸਾਡਾ ਕੋਈ ਲਿੰਕ ਨਹੀਂ ਹੈ। ਮੈਡਮ ਪਹਿਲੇ ਇੱਕ ਗੱਲ ਦੱਸੋ, ਤੁਸੀਂ ਕਹਿੰਦੇ ਤੁਹਾਡੇ ਸਿੰਗਲ ਅਕਾਊਂਟ 'ਚੋਂ ਪੈਸੇ ਨਿਕਲ ਗਏ, ਉਹ ਕਿੱਦਾਂ ਨਿਕਲੇ? ਉਹ ਕਿੱਦਾਂ ਨਿਕਲ ਗਏ ਜੀ? ਆਨਲਾਈਨ ਟ੍ਰਾਂਸਫਰ ਅਕਾਊਂਟ ਸਿੰਗਲ 'ਚੋਂ ਕਿੱਦਾਂ? ਜੇ ਜੁਆਇੰਟ ਅਕਾਊਂਟ ਚੋਂ Joint account ਬੰਦਾ ਪੈਸੇ ਕਢਾ ਸਕਦਾ, ਸਿੰਗਲ ਅਕਾਊਂਟ ਚੋਂ ਕਢਾ ਨਹੀਂ ਸਕਦਾ। ਮੈਂ ਤੁਹਾਨੂੰ ਦੱਸਦੀ ਭਾਜੀ, ਉਹਨੇ ਫੋਨ ਦੇ ਵਿੱਚ ਸਾਰਾ ਕੁਝ ਆਪਣੇ ਹਿਸਾਬ ਕਿਤਾਬ ਆਪਣੇ ਫੋਨ 'ਚ ਰੱਖਿਆ ਸੀਗਾ। ਠੀਕ, ਮੈਡਮ ਕਿਸੇ ਵੀ ਇੱਕ ਮਿੰਟ ਸੁਣਨ ਦੇ। ਨੰਬਰ ਤੁਹਾਡਾ ਹੀ ਚੱਲਦਾ? ਨੰਬਰ ਭਾਜੀ ਮੇਰਾ ਚੱਲਦਾ ਸੀ। ਐਕਚੁਅਲੀ ਮੈਨੂੰ ਕੋਈ ਮੈਸੇਜ ਨਹੀਂ ਆ ਰਿਹਾ। ਮੈਂ ਬੜੇ ਵਾਰੀ ਕਿਹਾ ਵੀ ਮੇਰੇ ਫੋਨ ਤੇ ਵੀ ਮੈਸੇਜ ਕਰਾ ਦਿਓ। ਕਈ ਵਾਰੀ ਅਸੀਂ ਸ਼ਾਪਿੰਗ ਕਰਨ ਜਾਂਦੇ ਆ ਤਾਂ ਉੱਪਰ ਥੱਲੇ ਹੋ ਜਾਂਦਾ। ਕਈ ਵਾਰ ਬੰਦਾ ਫਰਸਟ੍ਰੇਸ਼ਨ ਚ ਹੁੰਦਾ, ਉੱਪਰ ਥੱਲੇ ਨੰਬਰ ਭਰ ਦਿੰਦਾ। ਮੈਂ ਕਰਵਾ ਦਿੰਦਾ ਤਾਂ ਮੈਂ ਤਾਂ ਭਾਜੀ ਇੱਕ ਭਰੋਸਾ ਕੀਤਾ, ਮੇਰਾ ਗਾਉਣਾ ਤੇ ਦੂਜਾ ਰੱਬ ਦਾ ਨਾਮ। ਹੋਰ ਆਪਾਂ ਨੂੰ ਕੋਈ ਚੀਜ਼ ਦਾ ਹੀ ਨਹੀਂ ਪਤਾ ਸੀ, ਪਰ ਉਸ ਬੰਦੇ ਨੇ ਸਾਡਾ ਇਹ ਯਕੀਨ ਤੋੜਿਆ। ਕਿੰਨਾ ਮੈਨੂੰ ਕੁਝ ਅੱਜ ਤੱਕ ਪੈਸੇ ਦਾ ਕੋਈ ਹਿਸਾਬ ਹੀ ਨਹੀਂ ਪਤਾ ਲੱਗਾ। ਮੀਡੀਆ ਦੇ ਜਿਹੜੇ ਕੀ ਮੈਸੇਜ ਯਾਰ ਨਹੀਂ। ਕਹਿਣਾ ਚਾਹੁੰਦੇ ਹੋ? ਮੈਸੇਜ ਸਾਡਾ ਇਹ ਹੈ ਕਿ ਭਾਜੀ ਇਸ ਬੰਦੇ ਨਾਲ ਕੋਈ ਲਿੰਕ ਨਹੀਂ ਹੈ। ਸਾਡੇ ਜਿਹੜੇ ਸ਼ੋਅ ਇਹਨੇ ਬੁੱਕ ਕੀਤੇ ਆ, ਸਾਡੇ ਨਾਲ ਸਾਰੇ ਜਣੇ ਕੰਟੈਕਟ ਕਰਨ। ਸਾਡੀ ਮੈਨੇਜਮੈਂਟ ਟੀਮ ਦਾ ਨੰਬਰ ਤੁਹਾਨੂੰ ਅਸੀਂ ਦੇ ਦਾਂਗੇ ਸਾਰਿਆਂ ਨੂੰ। ਤੇ ਜਿਹੜੇ ਸਾਡੇ ਸ਼ੋਅ ਬਣੇ ਆ ਜਾਂ ਸਾਡੇ ਸ਼ੋਅ ਦੇ ਬੁੱਕ ਪੈਸੇ ਕੀਤੇ ਆ ਉਹ ਸਾਨੂੰ ਕਰੋ। ਇਸ ਦੇ ਬਾਰੇ ਤੁਸੀਂ ਪਰਿਵਾਰਿਕ ਮੈਡਮ ਇੱਕ ਚੀਜ਼ ਦੱਸਿਓ, ਜਿੱਦਾਂ ਤੁਸੀਂ ਕਹਿ ਰਹੇ ਹੋ ਅਕਾਊਂਟ ਨੰਬਰ ਦੇ ਵਿੱਚ ਫੋਨ ਨੰਬਰ ਤੁਹਾਡਾ ਅਪਡੇਟ ਸੀਗਾ ਜਾਂ ਉਹਨਾਂ ਦਾ ਸੀ? ਉਹਨਾਂ ਦਾ ਸੀ, ਮੇਰਾ ਇੱਕ ਸੀਗਾ, ਇੱਕ ਉਹਨਾਂ ਦਾ ਸੀ। ਮੈਮ ਜਦੋਂ ਪਰ withdraw- ਮੇਰੇ ਨੰਬਰ ਤੇ ਹੀ ਹੁੰਦਾ ਸੀ ਸਾਰਾ ਕੁਝ। ਮੈਡਮ ਵਿਡਰੋ ਹੁੰਦਾ ਸੀ ਜਦੋਂ ਬੈਲੈਂਸ ਉਦੋਂ ਮੈਸੇਜ ਅਲਰਟ ਨਹੀਂ ਹੁੰਦਾ ਸੀ? ਚੱਲਦਾ ਹੈਗਾ ਵੀਡੀਓ? ਮੈਂ ਭਾਜੀ ਪਹਿਲਾਂ ਦੱਸ ਕੇ ਹਟੀ ਕਿ ਮੈਨੂੰ ਮੈਸੇਜ ਆਉਂਦਾ ਹੀ ਨਹੀਂ ਸੀਗਾ। ਮੈਂ ਬੜੇ ਵਾਰ ਕਿਹਾ ਉਹ ਕਰਵਾ ਦੇਣਾ, ਮੈਂ ਕਰਵਾ ਦਿੰਦਾ। ਬੜਾ ਚੀਜ਼ ਹੋਈ। ਯਾਨੀ ਕਿ ਤੁਹਾਡਾ ਨੰਬਰ ਬੈਂਕ 'ਚ ਲਿਖਾਇਆ ਨਹੀਂ ਗਿਆ ਸੀਗਾ? ਹਾਂਜੀ ਆਪਣੇ ਸਹੁਰੇ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਮੈਨੂੰ ਮੋਟੇ ਮਾਰ ਜਾਂਦੀ ਹੈ ਜਾਂ ਭਾਜੀ ਸਾਰਿਆਂ ਨੂੰ ਦੱਸਿਆ, ਸਿਸਟਰ ਨੂੰ ਵੀ ਦੱਸਿਆ, ਸਭ ਨੂੰ ਦੱਸਿਆ, ਬਟ ਕਿਸੇ ਨੇ ਕੋਈ ਗੱਲ ਹੀ ਨਹੀਂ ਕੀਤੀ। ਮੈਂ ਕਿਹਾ ਚਲੋ ਠੀਕ ਹੈ। ਐਸਟੀਮੇਟ ਕਿੰਨੇ ਕੁ ਪੈਸੇ ਦਾ ਫਰਾਡ ਕਰ ਚੁੱਕਾ ਤੁਹਾਡੇ ਨਾਲ ਤੁਹਾਡਾ ਹਸਬੈਂਡ? ਹਾਂਜੀ ਕਿੰਨੇ ਕੁ ਪੈਸੇ ਦਾ ਫਰਾਡ ਕਰ ਚੁੱਕਾ ਤੁਹਾਡਾ ਹਸਬੈਂਡ ਤੁਹਾਡੇ ਨਾਲ? ਇਹ ਤੁਹਾਨੂੰ ਭਾਜੀ ਪਤਾ ਨਹੀਂ ਹੈ ਸਰ। ਮੋਸਟਲੀ ਕਿੰਨਾ? ਕੋਈ ਗਿਆ ਤੁਹਾਨੂੰ ਵੀ ਪਤਾ ਹੋਣਾ ਕਿੰਨਾ ਨਹੀਂ ਮੈਡਮ ਦੱਸੋ ਨਾ ਸਾਨੂੰ ਕੋਈ ਬਿਜ਼ਨਸ ਦਾ ਕੰਮ ਆ, ਚਲੋ ਇਹਨਾਂ ਦਾ ਸਾਨੂੰ ਨਹੀਂ ਸਕਦਾ ਪਤਾ, ਪਰ ਜਿੱਥੋਂ ਤੱਕ ਲੱਗਦਾ 20 ਕਰੋੜ ਦਾ ਤਾਂ ਉਹਨੇ ਨੁਕਸਾਨ ਮੇਰਾ ਕੀਤਾ ਹੀ। 20 ਕਰੋੜ? ਕਿਉਂਕਿ 8 ਸਾਲ ਦੀ ਕਮਾਈ ਆ। ਮੈਂ ਬਾਲੀਵੁੱਡ 'ਚ ਸ਼ੋਅ ਵੀ ਲਾਇਆ, ਬਾਹਰ ਵੀ ਸ਼ੋਅ ਕਰਕੇ ਆਈ, ਮੈਂ ਫੋਰਨ ਕੰਟਰੀਆਂ 'ਚ ਵੀ, ਇੱਥੇ ਵੀ ਮੇਲੇ ਲਾਏ ਆ। ਤੁਹਾਡੀ ਮੈਰਿਜ ਨੂੰ ਕਿੰਨਾ ਟਾਈਮ ਹੋ ਗਿਆ? 8 ਸਾਲ 8 ਸਾਲ ਹੋ ਗਏ। 14 ਪਹਿਲਾਂ ਸਮਝ ਕਿੰਨੇ ਟਾਈਮ ਬਾਅਦ ਸਾਲ ਬਾਅਦ ਹੀ ਹੋਇਆ ਭਾਈ ਸਾਰਾ ਕੁਝ। ਫੇਸਬੁੱਕ ਫਿਰ ਵੀ ਉਹ ਤੁਹਾਡਾ ਕਈ ਜਗ੍ਹਾ ਪ੍ਰੋਗਰਾਮ ਤੇ ਦੇਖਿਆ ਗਿਆ, ਕਈ ਜਗ੍ਹਾ ਪ੍ਰੋਗਰਾਮ ਦੇਖੇ ਗਏ। ਉਹ ਤਾਂ ਫਿਰ ਭਾਜੀ ਹੁੰਦਾ ਸੀ, ਜਦੋਂ ਮੈਨੇਜਮੈਂਟ ਹੀ ਉਹ ਕਰਦਾ ਸੀ ਫਿਰ ਉਹਨੂੰ ਕਿਦੋਂ ਗੱਲ ਕਰੀਏ ਆਪਾਂ 30 ਕਿਲੋ ਬਾਹਰ ਜਾਂਦੇ ਨੇ ਐਜੂਕੇਸ਼ਨ ਕਰ ਰਹੇ ਹੋ ਕਿ ਉਹਦੀ ਭਾਜੀ ਸਾਰੀ ਮੈਨੇਜਮੈਂਟ ਹੀ ਉਹਦੇ ਹੱਥ ਸੀ, ਕੀ ਕਰੀਏ। ਤੇ ਫਿਰ ਤੁਸੀਂ ਕਿਤਾ 20 ਕਰੋੜ ਰੁਪਏ ਸ਼ੋਅ ਕਰ ਸਕਦੇ ਭਾਜੀ ਹੁਣ ਇਹਨਾਂ ਦਾ ਪਤਾ ਨਾ, ਮੈਂ ਆਪਣੇ ਖੂਨ ਪਸੀਨੇ ਦੀ ਇੱਕ ਕਮਾਈ ਕੀਤੀ, ਇਹਨਾਂ ਦਾ ਪਤਾ ਲੱਗ ਹੀ ਤੁਹਾਡੇ ਜਾਂਦਾ। ਅਕਾਊਂਟਾਂ 'ਚ ਹੀ ਪੇਮੈਂਟ ਸਾਰੀ ਆਈ ਹੈ। ਮੈਨੂੰ ਇੱਕ ਗੱਲ ਦੱਸਿਓ, ਜਦੋਂ ਸ਼ੋਅ ਤੁਸੀਂ ਲਗਾਉਣ ਜਾਂਦੇ ਸੀ ਤੁਹਾਡੇ ਨਾਲ ਸਟੇਜਾਂ ਤੇ ਵੀ ਹੁੰਦੇ ਸੀ ਤੇ ਜਦੋਂ ਤੁਸੀਂ ਬਾਹਰ ਵੀ ਗਏ ਹੋ ਉਹਨਾਂ ਨਾਲ ਸਾਰੇ ਤੁਹਾਡੀ ਵੀਡੀਓ ਫੇਸਬੁੱਕ ਤੇ ਤੁਸੀਂ ਪੇਜਾਂ 'ਤੇ ਪਾਉਂਦੇ ਰਹੇ ਹੋ ਕਿ ਉਦੋਂ ਨਹੀਂ ਇਹ ਚੀਜ਼ ਹੋਈ? ਉਦੋਂ ਵੀ ਤੁਸੀਂ ਭਾਜੀ ਉਹ ਇੱਕ ਦਿਖਾਵਾ ਸੀ, ਮੈਂ ਸਿੱਧੀ ਤੁਹਾਨੂੰ ਗੱਲ ਦੱਸਾਂ, ਅੰਦਰੂਨੀ ਗੱਲ ਕਿਸੇ ਨੂੰ ਨਹੀਂ ਪਤਾ ਸੀ। ਉਹਨੂੰ ਅੱਜ ਗੱਲਾਂ ਭੁੱਲੀਆਂ ਤੇ ਅੱਜ ਤੁਹਾਨੂੰ ਦੱਸਿਓ ਕਿ ਉਦੋਂ ਆਪਣੇ ਫਾਦਰ ਸਬਾਨ ਜਾਂ ਮਦਰ ਸਬਾਨ ਸਿਰਫ ਇੱਕ ਤੁਹਾਡਾ ਕਰਕੇ ਔਰ ਸਰੋਤਿਆਂ ਮੇਰਿਆਂ ਕਰਕੇ ਇਹ ਚੀਜ਼ਾਂ ਮੈਂ ਬਾਹਰ ਲਿਆਂਦੀਆਂ ਹੀ ਨਹੀਂ ਕਿ ਮੈਂ ਇਹ ਚੀਜ਼ਾਂ ਨੂੰ ਨਹੀਂ ਦਿਖਾਇਆ ਕਿ ਕੋਈ ਨਾ ਚਲੋ 8 ਸਾਲ ਆ, ਕੋਈ ਨਾ ਹੋ ਜਾਊਗਾ ਠੀਕ, ਕੋਈ ਚੱਕਰ ਨਹੀਂ, ਪਰ ਉਹ ਚੀਜ਼ ਅੱਜ ਬਰਦਾਸ਼ਤ ਤੋਂ ਬਾਹਰ ਹੋ ਗਈ ਤੇ ਅੱਜ ਉਹ ਤੁਹਾਡੇ ਸਾਹਮਣੇ ਦੱਸਿਆ ਹੀ ਨਹੀਂ। ਬੁੱਕ ਵਗੈਰਾ ਵੀ ਲੱਗਦਾ ਹੈ ਤੁਹਾਡਾ? ਆਬਵੀਅਸਲੀ ਉਹਨਾਂ ਦਾ ਵੀ ਹੋਊਗਾ ਨਾਲ।
ਉਹਨਾਂ ਦਾ ਵੀ ਅੱਛਾ ਨਾਮ ਇੱਕ ਚੀਜ਼ ਉਹਨਾਂ ਦਾ ਨਾਮ ਨਹੀਂ ਪਤਾ ਸੀ। ਇਹ ਸਾਰੇ ਇਹ ਸਾਰੇ ਸੀਨ ਦੇ ਵਿੱਚ ਤੁਹਾਡੇ ਸ਼ੋਅ ਦੇ ਵਿੱਚ ਮਾਰ ਕੁਟਾਈ ਦਾ ਮੇਨ ਕਾਰਨ ਕੀ ਸੀ? ਕੀ ਸਿਰਫ ਪੈਸਾ, ਨਸ਼ਾ ਜਾਂ ਕੋਈ ਥਰਡ ਵਨ? ਕੀ ਕਾਰਨ ਰਿਹਾ, ਤੁਹਾਨੂੰ ਕੀ ਲੱਗਦਾ? ਭਾਜੀ ਇੰਨੇ ਤੱਕ ਤਾਂ ਮੈਂ ਸੋਚ ਨਹੀਂ ਸਕਦਾ, ਨਹੀਂ ਪਤਾ ਵੀ ਨਸ਼ਾ ਕਰਕੇ ਤੇ ਉਹ ਮੈਂ ਜਦੋਂ ਕੋਈ ਗੱਲ ਪੁੱਛਣੀ ਹੈ। ਹੁਣ ਦੇਖੋ ਭਾਜੀ ਅਸੀਂ ਕੰਮ ਕਰਦੇ ਹਾਂ, ਅਸੀਂ ਤਾਂ ਕੁੜੀਆਂ ਅਸੀਂ ਥੱਕਦੇ ਵੀ ਹਾਂ, ਸਾਨੂੰ ਕੋਈ ਚੀਜ਼ ਦੀ ਜ਼ਰੂਰਤ ਵੀ ਹੁੰਦੀ, ਸਾਨੂੰ ਫਰਸਟ੍ਰੇਸ਼ਨ ਵੀ ਹੁੰਦੀ ਹੈ। ਹੁਣ ਵਾਈਫ ਆਪਣੇ ਹਸਬੈਂਡ ਨੂੰ ਕਹੂਗੀ ਮੈਨੂੰ ਆਹ ਚੀਜ਼ ਦੀ ਜ਼ਰੂਰਤ ਹੈ, ਮੈਨੂੰ ਲਿਆ ਦੇ। ਸ਼ੋਅ ਕਰਾਉਣਾ, ਸ਼ੋਅ ਤੋਂ ਬਾਅਦ ਆਪਣਾ ਰਾਹ, ਮੈਂ ਆਪਣੇ ਰਾਹ, ਉਸ ਤੋਂ ਬਾਅਦ ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਮੈਨੂੰ ਇਹ ਨਹੀਂ, ਉਹਨੂੰ ਇਹ ਨਹੀਂ ਪਤਾ ਹੁੰਦਾ ਮੈਂ ਕਿੱਥੇ ਆ ਕਿੱਥੇ ਨਹੀਂ, ਆਪਣਾ ਉਹਨੂੰ ਮੈਨੂੰ ਨਹੀਂ ਇਹ ਪਤਾ ਮੈਂ ਕਿੱਥੇ ਚੱਲ ਜਾਣਾ ਕਿੱਥੇ ਨਹੀਂ। ਅਸੀਂ ਆਪਣਾ ਸ਼ੋਅ ਤੋਂ ਬਾਅਦ ਘਰ ਆ ਜਾਣਾ, ਘਰ ਤੋਂ ਬਾਅਦ ਫਿਰ ਸਾਡਾ ਸ਼ੋਅ। ਜਦੋਂ ਮੈਂ ਪੁੱਛਣਾ ਬਸ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਕਿ ਤੁਸੀਂ ਕਿੱਥੋਂ ਆਏ, ਮੈਨੂੰ ਸ਼ੋਅ ਤੋਂ ਬਾਅਦ ਮੈਂ ਘਰ ਆ ਜਾਣਾ, ਉਹਨਾਂ ਨੇ ਸਵੇਰੇ ਆਉਣਾ। ਜੇ ਉੱਠਣਾ ਦੁਪਹਿਰ ਨੂੰ ਇਹ ਨਹੀਂ ਪਤਾ 2 ਵਜੇ 3 ਵਜੇ ਚੱਲ ਜਾਣਾ, ਸਵੇਰੇ ਆਉਣਾ 3 4 ਵਜੇ 5 6 ਵਜੇ। ਉਹ ਵਾਈਫ ਤਾਂ ਪੁੱਛਦੀ ਹੈ ਕਿੱਥੋਂ ਆਏ। ਉਹ ਗੱਲ ਦਾ ਰੀਜ਼ਨ ਮੈਨੂੰ ਟੈਨਸ਼ਨ ਆ, ਮੈਨੂੰ ਕੋਈ ਕੰਮ ਸੀਗਾ, ਬੰਦਾ ਦੱਸੇ ਬੋਲੇ ਵੀ ਦੱਸੋ ਕਿਹੜਾ ਕੰਮ ਸੀ ਤੁਹਾਨੂੰ, ਬਸ ਇਸ ਚੀਜ਼ ਤੋਂ ਜੇ ਮੈਂ ਬੈਠਣਾ ਤੇ ਉੱਥੋਂ ਬਾਈ ਸ਼ੁਰੂ ਕਰ ਦਿੱਤੀ। 18 ਸਾਲਾਂ 'ਚ ਕਿੰਨੇ ਮਿਊਜ਼ਿਕ ਡਾਇਰੈਕਟਰ ਆ ਜਿਨ੍ਹਾਂ ਨੇ ਮਤਲਬ ਇਹ ਲੜਾਈ ਤੱਕ ਗੱਲ ਪਹੁੰਚੀ, ਜਿੱਥੇ ਤੱਕ ਮੈਨੂੰ ਪਤਾ ਵਾ? ਕਿੰਨੇ ਮਿਊਜ਼ਿਕ ਡਾਇਰੈਕਟਰਾਂ ਨੇ ਇਸ ਕਰਨ ਦੀ ਕੋਸ਼ਿਸ਼ ਕੀਤੀ ਵੀ ਗਾਣਿਆਂ ਦੀ ਰਿਕਾਰਡਿੰਗ ਦਾ ਟਾਈਮ ਨਹੀਂ ਮਿਲਿਆ ਜਾਂ ਕੁਝ ਇਦਾਂ ਦਾ? ਬਹੁਤ ਜਾਣੇ ਆ ਭਾਜੀ, ਬਹੁਤ ਜਾਣੇ ਆ। ਹੁਣ ਭਾਜੀ ਦੇਖੋ ਜਦੋਂ ਤੁਸੀਂ ਤੂੰ ਘਰ ਨਹੀਂ ਰਹਿਣਾ, ਉਹ ਭਾਜੀ ਇਸ ਚੀਜ਼ ਨੂੰ ਵੀ ਬਲੇਮ ਮੈਨੂੰ ਦਿੰਦਾ ਸੀ ਕਿ ਤੁਹਾਡਾ ਮੂਡ ਦੇਖਦਾ ਮੈਂ, ਤੁਹਾਡਾ ਮੂਡ ਠੀਕ ਹੋਊਗਾ ਤੇ ਮੈਂ ਤਾਂ ਗਾਣਾ ਡੱਬ ਕਰਨ ਨੂੰ ਕਹੂੰਗਾ। ਭਾਈ ਤੂੰ ਕੋਲ ਰਹੇਗਾ ਤਾਂ ਫੇਰ ਹੀ ਹੋਊਗਾ ਸਭ ਕੁਝ। ਕਿਉਂਕਿ ਦੇਖੋ ਸਰ ਭਾਜੀ ਮੈਨੂੰ ਕੋਈ ਗਾਣੇ ਦਾ ਨਹੀਂ ਪਤਾ ਹੁੰਦਾ, ਮੈਨੂੰ ਕੋਈ ਸ਼ੋਅ ਦਾ ਨਹੀਂ ਪਤਾ ਹੁੰਦਾ ਵੀ ਕਦੋਂ ਫੜਿਆ ਕਦੋਂ ਨਹੀਂ। ਮੈਨੂੰ ਬਸ ਫੋਨ ਕਰ ਦੇਣਾ ਆ ਤੁਹਾਡੀ ਡਰੈਸ ਕਿੱਥੇ, ਫੋਲੋ ਅੱਜ ਦਾ ਸ਼ੋਅ, ਬਸ ਉਹ ਥੋੜੀ ਦੇਰ ਕਲਪਨਾ ਵੀ ਪਤਾ, ਕੰਮ ਤਾਂ ਅਸੀਂ ਕਰਨਾ ਆ, ਤੁਹਾਡਾ ਸਰੋਤਿਆਂ ਕਰਕੇ ਜਾਣਾ ਤਾਂ ਮੈਨੂੰ ਪੈਣਾ। ਫਿਰ ਉਹ ਕੰਮ ਕਰ ਆਪਣਾ ਕੱਪੜੇ ਕੁਪੜੇ ਪਾ ਕੇ ਅਸੀਂ ਆਪਣਾ ਸ਼ੋਅ ਕਰਨਾ। ਜਦੋਂ ਤੁਸੀਂ ਸ਼ੋਅ ਕਰਨ ਜਾਂਦੇ ਹੋ ਤੁਹਾਡੇ ਸਿਸਟਰ ਨਾਲ ਹੁੰਦੇ ਕਿ ਉਹਨਾਂ ਨੂੰ ਅੱਧਾ ਦਿੱਤਾ ਜਾਂਦਾ ਜਾਂ ਉਹ ਪੂਰਾ ਆਪ ਹੀ ਰੱਖਦੇ ਆ ਫਿਰ ਬਾਅਦ ਚੋਂ ਦਿੱਤਾ ਜਾਂਦਾ? ਤੁਹਾਡੇ ਤੁਸੀਂ ਦੋਨੋਂ ਭੈਣਾਂ ਗਾਉਂਦੀਆਂ ਹੋ ਸ਼ੋਅ ਤੇ ਜਾਂਦੇ, ਇੱਕ ਸ਼ੋਅ ਦੇ ਵਿੱਚ ਕੀ ਅੱਧ ਹੁੰਦਾ ਜਾਂ ਕੀ ਹੁੰਦਾ ਹੈ ਪੇਮੈਂਟ ਦਾ? ਉਹ ਤਾਂ ਭਾਜੀ ਉਹਨੂੰ ਪਤਾ ਤਾਂ ਸਭ ਨੂੰ ਦਿੰਦਾ, ਮਿਊਜ਼ੀਸ਼ੀਅਨਾਂ ਨੂੰ ਵੀ, ਸਾਡੀਆਂ ਸੁਧਾ ਨਹੀਂ ਤੁਹਾਡੀ ਸਿਸਟਰ ਦੀ ਗੱਲ ਕਰਦਾ, ਸਿਸਟਰ ਦੇ ਨਾਲ ਆਪ 2 ਭੈਣਾਂ ਗਾ ਰਹੇ ਹੋ, ਮੇਨ ਤੇ ਤੁਸੀਂ ਉਹਨੂੰ ਬਰਾਬਰ ਦਾ ਹਿੱਸਾ ਦਿੰਦੇ ਸੀ? ਹਿੱਸਾ ਦਿੱਤਾ ਹਾਂਜੀ ਜਾਂਦਾ ਹਾਂ, ਨਹੀਂ ਕੀਤਾ ਜਾਂਦਾ ਉਹਦਾ ਸਭ ਦਿੰਦਾ ਹੈ। ਤੇ ਤੁਸੀਂ ਹੁਣ ਥੋੜਾ ਜਿਹਾ ਘਪਲਾ ਕਰਨ ਲੱਗ ਪਿਆ ਸੀ ਪੈਸੇ ਵੱਲੋਂ ਵੀ ਸਾਰਾ, ਉਹਨੇ ਮੈਨੂੰ ਫੜਾਉਣਾ ਪੈਸਾ ਬੰਦ ਕਰ ਦਿੱਤਾ ਸੀ। ਅੰਕਲ ਹੈ ਕਿਤੇ ਅਫੇਅਰ ਤਾਂ ਨਹੀਂ ਜੀ ਤੁਹਾਡੇ ਹਸਬੰਡ ਦਾ? ਕਿਤੇ ਅਫੇਅਰ ਤਾਂ ਨਹੀਂ? ਇਹ ਨਹੀਂ ਪਤਾ ਭਾਜੀ, ਨਾ ਮੈਂ ਕਹਿ ਸਕਦੀ, ਨਾ ਆਪਾਂ ਇਹ ਚੀਜ਼ ਸੋਚ ਸਕਦੇ ਹਾਂ, ਨਾ ਆਪਾਂ ਇਹ ਚੀਜ਼ ਬਿੰਦੇ ਤੁਹਾਡਾ ਫਿਊਚਰ 'ਚ ਹੁਣ ਕੀ, ਇਸ ਤੋਂ ਬਾਅਦ ਕੀ ਐਕਸ਼ਨ ਹੈ? ਜੇ ਮੰਨ ਲਓ ਡਿਵੋਰਸ ਹੋ ਵੀ ਜਾਂਦਾ, ਤੁਸੀਂ ਦੋਨੋਂ ਭੈਣਾਂ ਨੇ ਤਾਂ ਇਕੱਠੇ ਕਰਨਾ ਤੁਹਾਡੀਆਂ ਦੁਆਵਾਂ ਭਾਜੀ, ਕੰਮ ਕਰਾਂਗੇ ਔਰ ਕੰਮ ਕਰਾਂਗੇ ਵੀ ਕਰਦੇ ਵੀ ਪਏ ਹਾਂ ਜੀ। ਤੇ ਸਾਡਾ ਪਰਸੋਂ ਸ਼ੋਅ 14 ਸ਼ੋਅ ਹੈ। ਓਕੇ, ਜਦ ਤੱਕ ਉਹਨਾਂ ਦਾ ਜਿਹੜਾ ਇਹ ਲੜਾਈ ਚੱਲਦੀ ਹੈ ਜਾਂ ਇਹ ਤਾਂ ਭਾਜੀ ਇੱਕ ਹਵਾ ਹੈ, ਉਤਰਾ ਚੜਾਉਂਦੇ ਰਹਿੰਦੇ ਲਾਈਫ ਦੇ ਵਿੱਚ। ਤਦ ਤੱਕ ਸ਼ੋਜ਼ ਤੁਹਾਡੇ ਪਰ ਸਾਡੀ ਗਾਇਕੀ ਇਦਾਂ ਦੀ ਹੈ ਕਦੀ ਜ਼ਿੰਦਗੀ 'ਚ ਮੁੱਕ ਨਹੀਂ ਸਕਦੀ। ਤੁਹਾਡੀਆਂ ਦੁਆਵਾਂ ਆ, ਤੁਹਾਡਾ ਪਿਆਰ ਆ, ਸਾਰੇ ਭਰਾਵਾਂ ਦਾ ਆਸ਼ੀਰਵਾਦ ਹੈ। ਅਸੀਂ ਬਾਬਾ ਜੀ ਸਾਡੇ ਆਪਣੀ ਮੈਨੇਜਮੈਂਟ ਟੀਮ ਦਾ ਨੰਬਰ ਦੇ ਦਿਓ। ਹਾਂਜੀ ਉਹ ਮੈਂ ਦੇ ਦੂੰ। ਨਾ ਸਹਿਮਤ ਵਾਲੇ ਸੀਗੀ ਕੱਲ। ਯੈਸ ਔਰ ਯੈਸ ਨੋ ਹੀ ਸੀਗਾ ਐਗਜ਼ਾਮ ਪਰ ਇਹ ਅਸੀਂ ਹੈਗੇ ਭੋਲੇ ਭਾਲੇ ਬੰਦੇ ਸੀ, ਕੁਝ ਨਹੀਂ ਕਹਿੰਦਾ। ਆਪਾਂ ਨੂੰ ਕਦੀ ਪੈਸੇ ਦਾ ਹਿਸਾਬ ਨਹੀਂ ਪਤਾ ਲੱਗਾ। ਨਵਾਂ ਨੰਬਰ ਦੱਸ ਕੋਈ ਐਸੀ ਗੱਲ ਤਾਂ ਨਹੀਂ ਜਿਹੜੀ 20 ਕਰੋੜ ਦਾ ਨਹੀਂ ਪਤਾ ਰਹੇ ਹੋ। ਲੱਗਾ। 20 ਕਰੋੜ ਦਾ ਨਹੀਂ ਪਤਾ ਲੱਗਾ। ਨਾ ਕਰੋ ਉਹ ਵਧੀਆ ਆਦਮੀ ਕੋ ਗੱਲ ਨਹੀਂ ਜਿਹੜੀ ਛੁਪਾ ਰਹੇ ਹੋ। ਹੈ ਹਲੇ ਉਹ ਪ੍ਰੋਸੈਸ ਚੱਲ ਰਿਹਾ। ਜਦੋਂ ਨੰਬਰ ਇਹਨਾਂ ਦਾ ਇਸ਼ੂ ਹੋਏਗਾ, ਕਿਉਂਕਿ ਤੁਹਾਨੂੰ ਪਤਾ ਜੀ ਉਹ ਨੰਬਰ ਹੀ ਚੱਲਣਾ ਸਾਰੇ ਪਾਸੇ। ਜਦੋਂ ਇਸ਼ੂ ਹੋਏਗਾ ਤੁਹਾਡੇ ਜਾਂ ਫਿਰ WhatsApp ਤੇ ਜਿੱਥੇ ਵੀ ਉਹ ਸਾਰੇ ਸਰਕੂਲੇਟ ਕਰ ਦਿੱਤਾ ਜਾਏਗਾ। ਜਾਂ ਕਾਈਂਡਲੀ ਤੁਸੀਂ ਸਾਨੂੰ ਕੋਈ ਆਪਣਾ ਪੇਜ ਦੇ ਉੱਤੇ ਸਰਕੂਲੇਟ ਭਾਈ ਤੁਸੀਂ ਅੱਜ ਨਾ ਪ੍ਰੈਸ ਕਾਨਫਰੰਸ ਕਰਨ ਆਏ ਸੀਗੇ ਕਿ ਅਸੀਂ ਉਹਨੇ ਨਾਲ ਪਾਸੀ ਨਾਲ ਕੋਈ ਲੈਣ ਦੇਣ ਨਹੀਂ ਆ। ਜਿਹੜੇ ਜਦੋਂ ਇਹ ਖਬਰ ਜਾਣੀ ਨਾ ਸਾਰੇ ਪਾਸੇ 150 ਪੱਤਰਕਾਰ ਤੇ ਜਿਹੜਾ ਮਤਲਬ ਖਬਰ ਲਾਊਗਾ, ਤੇ ਜੇ ਉਹ ਇਹੀ ਨਹੀਂ ਦੱਸ ਪਾਇਆ ਵੀ ਹੁਣ ਨੂਰਾ ਸਿਸਟਮ ਨੂੰ ਕੰਟੈਕਟ ਕਿੱਥੇ ਕਰਨਾ ਹੈ, ਫਿਰ ਉਹ ਮੁਸ਼ਕਲ ਕਿੱਥੇ ਵੀ ਕੁਨਾਲ ਪਾਸੀ ਆ ਫਿਰ ਤੁਸੀਂ ਅਭੀ ਤੁਸੀਂ ਫਿਰ ਕਰਦੇ ਹੋ ਨਾ ਜਿਹੜਾ ਤੁਹਾਡੇ ਕੋਲ ਪੁਰਾਣਾ ਚੱਲਦਾ ਨਾ ਮੈਡਮ ਦਾ ਨੰਬਰ ਫਿਲਹਾਲ ਦੀ ਉਹ ਦੇ ਦਿਓ ਤੇ ਬਾਅਦ ਵਿੱਚ ਕਰ ਦਾਂਗੇ। ਸਾਨੂੰ 2 ਮਿੰਟ ਦਿਓ, ਜਦ ਤੱਕ ਤੁਸੀਂ ਕੰਟੀਨਿਊ ਕਰੋ ਤੇ ਨੰਬਰ ਦੇ ਦਿੰਦੇ। ਇਹਦੇ ਚ ਲਗਾਉਣ ਅੱਜ ਕੱਲ੍ਹ ਦੇ ਵਿੱਚ ਵੀ ਤੁਹਾਡੇ ਕੋਲ ਨੰਬਰ ਕਿਉਂ ਹੈਗੇ, ਤੁਹਾਨੂੰ ਪਤਾ ਇਸ ਗੱਲ ਦਾ? ਅੱਜ ਕੱਲ੍ਹ ਦੇ ਵਿੱਚ ਸ਼ੋਅ ਹੈਗੇ, ਤੁਹਾਨੂੰ ਪਤਾ ਜਿਹੜੇ ਉਹਨਾਂ ਨੇ ਬੁਕਿੰਗ ਕੀਤੀ ਹੋਣੀ। ਉਹ ਸਿੱਧੋ ਤੁਹਾਡਾ ਜਿਹੜਾ ਬਸਤੀਆਂ ਚ ਸ਼ੋਅ ਕੋਈ ਹੈ ਸ਼ੋਅ ਹੈਗਾ ਬਸਤੀਆਂ ਦੇ ਵਿੱਚ ਅੱਜ?
ਜਿਹੜਾ ਹੁਣ ਰੀਸੈਂਟਲੀ ਚੰਡੀਗੜ੍ਹ ਸ਼ੋਅ ਕਰ ਰਹੇ ਤੁਸੀਂ ਆਪ ਬੁੱਕ ਬਸ ਇੱਕ ਸ਼ੋਅ ਹੀ ਪਤਾ ਲੱਗਾ ਜਿਹੜਾ ਬਾਬਾ ਜੀ ਨੇ ਦੱਸਿਆ। ਉਹਨਾਂ ਦਾ ਆਪਣਾ ਉਹ ਕਿਦਾਂ ਹਾਂਜੀ ਉਹਨਾਂ ਨੇ ਹਾਂ ਦੋ ਸ਼ੋਅ ਨੰਬਰ ਦੇ ਦਿਓ ਭਾਈ ਆ ਲੱਗੇ ਕਿ ਕੁਝ ਇਦਾਂ ਦਾ ਵੀ ਅੱਜ ਤੱਕ ਲਾਈਫ ਦੇ ਵਿੱਚ ਕੋਈ ਐਸੇ Song ਵੀ ਗਾਏ ਹੋਣਗੇ ਜਿਹੜਾ ਕਿ ਇਹ ਲੱਗਾ ਕਿ ਇਹ ਜ਼ਿੰਦਗੀ ਮੇਰੀ ਸੀ, ਕਿਉਂਕਿ ਹਾਲਾਤ ਇਦਾਂ ਦੇ ਆ। ਬੜੇ ਸਾਰੇ ਨੇ, ਬਹੁਤ ਸਾਰੇ ਆ। ਬਹੁਤ ਸਾਰੇ ਮਤਲਬ ਹੁਣ ਵੀ ਆ ਜੇ ਆ ਚੀਜ਼ ਹੋਈ ਹੈ ਤੇ ਕਾਫੀ ਆਮਿਰ ਖਾਨ ਜਿਹੜਾ ਗਾਣਾ ਕੀਤਾ ਮੈਂ, ਉਹਨਾਂ ਦੀ ਮੂਵੀ ਆ ਰਹੀ ਹੈ ਰੀਸੈਂਟਲੀ। ਅਸੀਂ 2-3-4 ਦਿਨ ਪਹਿਲਾਂ ਡੱਬ ਕੀਤਾ ਮੈਂ ਗਾਣਾ, ਤੇ ਮੈਂ ਉਦੋਂ ਵੀ ਗਾਣਾ ਡੱਬ ਕੀਤਾ। ਨਾਲੇ ਮੈਂ ਰੋਵਾਂ ਤੇ ਨਾਲੇ ਮੈਂ ਸੋਚਾਂ। ਮੇਰੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਤੁਸੀਂ ਡੱਬ ਕਰਦੇ ਕਰਦੇ ਪੂਰਾ ਦਿਨ ਰੋ ਰੋ ਕੇ ਗਾਣਾ ਡੱਬ ਕੀਤਾ। ਕਾਫੀ ਗਾਣੇ ਆ ਮਤਲਬ ਜਿਹੜੇ ਸਾਡੀ ਲਾਈਫ ਦੇ ਅਕੋਰਡਿੰਗ, ਸਾਡੇ ਲਾਈਫ ਦੇ ਰਿਲੇਟਿਡ ਹੈ। ਇਹ ਸਾਰੇ ਮਾਮਲੇ ਮੈਡਮ ਪੇਰੈਂਟਸ ਕਿੰਨੇ ਸਪੋਰਟੇਬਲ ਹੈ ਤੁਹਾਡੇ? ਮਾਂ ਪਿਓ ਨੂੰ ਤਾਂ ਚਲੋ ਗੁੱਸਾ ਲੱਗਦਾ ਹੀ ਹੁੰਦਾ ਵੀ ਚਲੋ ਤੁਸੀਂ ਇਦਾਂ ਕੀਤਾ ਜਾਂ ਕੁਝ ਵੀ ਆ, ਬਟ ਉਹਦਾ ਠੀਕ ਨੇ ਉਹ ਕੋਈ ਨਾ। ਨੈਕਸਟ ਸ਼ੋਅ ਦੇ ਵਿੱਚ ਪਾਪਾ ਕੋਈ ਨਾ, ਨਾਲ ਜੇ ਉਤਰਾ ਜੇ ਚੜਾ ਆਇਆ ਸੀ ਉਤਰਾ ਵੀ ਆਊਗਾ, ਕੋਈ ਨਾ ਉਹ ਵੀ ਨੈਕਸਟ ਸ਼ੋਅ ਦੇ ਵਿੱਚ ਆਇਆ। ਦੋਨੋਂ ਭੈਣਾਂ ਨਾਲ ਫਿਰ ਪਾਪਾ ਦਿਖਣਗੇ। ਹਾਂਜੀ ਬਾਈਟ ਕਰ ਬਾਈਟ ਕਰ ਲਈ ਆ ਇਹਦਾ ਮੈਨੇਜਰ ਉਹ ਨਹੀਂ ਉਹਨਾਂ ਨੇ ਢਕਣਾ ਭਾਈ ਮਾਈਕ ਔਨ ਕਰ ਦੋ, ਮਾਈਕ ਔਨ। ਡੈਸਕ ਨੋਟ ਦਾ ਫੜ ਲਾ ਦੋ ਸਾਰਿਆਂ ਨੂੰ। ਇੱਕ ਮਿੰਟ ਬ੍ਰਦਰ, ਇੱਕ ਮਿੰਟ ਆਵਾਜ਼ ਚੱਕੀ ਜਦ ਪਹਿਲਾਂ ਕੀ ਕਰਦਾ ਤੂੰ? ਹਾਂਜੀ ਮੈਡਮ, ਸ਼ਿਵਮ ਬੋਲ ਹਾਂ ਬੋਲ ਹਾਂਜੀ ਮੈਡਮ। ਸ਼ੋਟ ਕਰ ਲਿਓ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਤੁਹਾਡੇ ਵੱਲੋਂ ਰੱਖੀ ਗਈ ਕਿਸ ਵਿਸ਼ੇ ਤੇ? ਮੈਡਮ ਤੁਸੀਂ ਦੱਸੋ। ਤੁਸੀਂ ਦੱਸੋ। ਮੈਡਮ ਤੁਸੀਂ ਕਰ ਦਿਓ। ਚੁੱਲੀ 8 ਸਾਲ ਹੋ ਗਿਆ, ਮੇਰਾ ਹਸਬੈਂਡ ਨਾਲ ਪਾਸੀ